ਮਾੜਾ ਛੱਡ ਦੇ ਕਿਉਂ ਬਣਾਇਆ ਛੱਡ ਦੇ ਨੂੰ ਆਇਆ ਮਾੜਾ ਜਿਹਾ ਮੈਂ ਨੇੜੇ ਲਾ ਦੇ ਹੋਰ ਕੀ ਨਾ ਅੱਧਾ ਘੰਟਾ ਤਾਂ ਲਾ ਦੇ ਤੂੰ ਬੰਦਿਆਂ ਦੇ ਬਿਠਾ ਵਾਹਿਗੁਰੂ ਸਾਹਿਬ ਜੀ। ਡੰਡੋਤ ਵੰਦਨ ਗਵਾਰ ਸਰਵ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਗੁਰ ਹੱਥ। ਅਗਮ ਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਬੇਸ਼ੁਮਾਰ ਅਥਾਹ ਅਗਣਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸ਼ਲੋਕ ਮਹੱਲਾ ਤੀਜਾ। ਥਾਲੇ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ। ਜਿਤ ਖਾਧੈ ਮਨ ਤ੍ਰਿਪਤੀਐ ਪਾਈਐ ਮੋਹ ਦੁਆਰ। ਇਹ ਭੋਜਨ ਅਲੱਭ ਹੈ ਸੰਤੋ ਲੱਭੈ ਗੁਰ ਵਿਚਾਰ। ਇਹ ਬੁਝਾਵੜੀ ਕਿਉ ਵਿੱਚੋਂ ਕੱਢੀਐ ਸਦਾ ਰੱਖੀਐ ਉਰਧਾਰ। ਇਹ ਮੁਧਾਵੜੀ ਸਤਿਗੁਰੂ ਪਾਈ ਗੁਰ ਸਿੱਖਾਂ ਲੱਦੀ ਭਾਲ। ਨਾਨਕ ਜਿਸ ਬੁਝਾਏ ਸੋ ਬੁਝਸੀ ਹਰ ਪਾਇਆ ਗੁਰਮੁਖ ਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਇਸ ਪਾਵਨ ਪਵਿੱਤਰ ਸਥਾਨ ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਤਿਸ ਦੇ ਤਹਿਤ ਸੋਠ ਰਾਗਣੀ ਦੀ ਵਾਰ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਚਾਰਨ ਕੀਤੀ ਹੋਈ ਹੈ। ਸ਼ਲੋਕ ਨਾਲ ਦੂਸਰੇ ਗੁਰੂ ਸਾਹਿਬਾਨ ਦੇ ਵੀ ਹਨ। ਇਸ ਸਮੇਂ 645 ਅੰਗ ਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਦਰਸ਼ਨ ਦੀਦਾਰ ਹੋ ਰਹੇ ਹਨ। ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਜੁੜ ਕੇ ਲਾਭ ਪ੍ਰਾਪਤ ਕਰੀਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋ ਪੌੜੀ ਵਾਲਾ ਸ਼ਬਦ ਹੈ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਬਹਿ ਸਕੀਆਂ ਜਸ ਗਾਵੈ ਗਾਵਣ ਹਾਰੀਆਂ। ਗੁਰਮੁਖ ਰੂਪੀ ਸਖੀਆਂ ਜੋ ਬੜੇ ਸਹਿਜ ਦੇ ਵਿੱਚ ਟਿਕ ਕੇ ਵਾਹਿਗੁਰੂ ਦਾ ਜਸ ਗਾਉਂਦੀਆਂ ਹਨ। ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੀਆਂ ਹਨ। ਅਸਲ ਵਿੱਚ ਉਹੀ ਵਾਹਿਗੁਰੂ ਦਾ ਜਸ ਗਾ ਰਹੇ ਹਨ। ਭਾਵ ਕਿ ਦੁਨੀਆ ਦੇ ਵਿੱਚ ਰੱਬ ਦਾ ਰਸਨਾ ਤੋਂ ਨਾਮ ਲੈਣ ਵਾਲੇ ਤਾਂ ਬੜੇ ਹਨ, ਪਰ ਉਹ ਵਿਰਲੇ ਹਨ ਜਿਹੜੇ ਅੰਦਰੋਂ ਜੁੜ ਕੇ ਵਾਹਿਗੁਰੂ ਦਾ ਜਸ ਗਾਉਂਦੇ ਹਨ। ਰਸਨਾ ਨਾਲ ਤਾਂ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ। ਰਸਨਾ ਨਾਲ ਬੜੀ ਦੁਨੀਆ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਹਿੰਦੀ ਹੈ, ਪਰ ਜਿਹੜੇ ਅੰਦਰੋਂ ਜੁੜੇ ਹੋਏ ਨੇ
ਉਹ ਵਾਹਿਗੁਰੂ ਦਾ ਜਸ ਗਾਉਂਦੇ ਨੇ ਅਸਲ ਵਿੱਚ, ਤੇ ਉਹਨਾਂ ਨੂੰ ਲਾਭ ਵੀ ਮਿਲਦਾ ਹੈ, ਉਹਨਾਂ ਨੂੰ ਰਸ ਵੀ ਆਉਂਦਾ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਵਾਹਿਗੁਰੂ ਦਾ ਜੋ ਨਾਮ ਗੁਰਮੁਖ ਸਲਾਉਂਦੇ ਨੇ, ਵਾਹਿਗੁਰੂ ਤੋਂ ਬਲਿਹਾਰ ਜਾਂਦੇ ਨੇ, ਸਦਕੇ ਜਾਂਦੇ ਨੇ। ਤੇ ਜਿਨ੍ਹਾਂ ਗੁਰਮੁਖਾਂ ਨੇ ਇਸ ਰਹੁ ਰੀਤੀ ਦੇ ਨਾਲ ਵਾਹਿਗੁਰੂ ਦਾ ਜਸ ਗਾਣਾ ਕੀਤਾ ਹੈ, ਧੰਨ ਗੁਰੂ ਰਾਮਦਾਸ ਜੀ ਕਹਿੰਦੇ ਅਸੀਂ ਉਹਨਾਂ ਤੋਂ ਸਦਕੇ ਹਾਂ, ਅਸੀਂ ਉਹਨਾਂ ਤੋਂ ਬਲਿਹਾਰ ਹਾਂ, ਕਿਉਂਕਿ ਉਹ ਨਾਮ ਜਪਣ ਦੇ ਵਿੱਚ ਸਫਲ ਹੋਏ ਹਨ। ਹੇ ਵਾਹਿਗੁਰੂ, ਸਾਨੂੰ ਗੁਰਮੁਖਾਂ ਦਾ ਮਿਲਾਪ ਕਰਾ, ਜਿਹੜੇ ਇਸ ਤਰ੍ਹਾਂ ਅੰਦਰੋਂ ਜੁੜ ਕੇ ਤੇਰੇ ਨਾਮ ਦੇ ਵਿੱਚ ਭਿੱਜੇ ਹੋਏ ਨੇ, ਤੇਰੇ ਨਾਮ ਦੇ ਵਿੱਚ ਓਤ-ਪੋਤ ਹੋਏ ਹਨ। ਤੇ ਪਾਤਸ਼ਾਹ ਇਹ ਵੀ ਬਚਨ ਆਖਦੇ ਨੇ ਕਿ ਅਸੀਂ ਉਹਨਾਂ ਤੋਂ ਬਲਿਹਾਰ ਜਾਈਏ ਜਿਹੜੇ ਅੰਦਰੋਂ ਜੁੜੇ ਹੋਏ ਨੇ ਤੇ ਗੁਰੂ ਦਾ ਦਰਸ਼ਨ ਕਰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਰੋਜ਼ ਦਰਸ਼ਨ ਕਰਦੇ ਨੇ, ਮਹਾਰਾਜ ਕਹਿੰਦੇ ਉਹਨਾਂ ਤੋਂ ਵੀ ਸਦਕੇ, ਉਹਨਾਂ ਤੋਂ ਵੀ ਕੁਰਬਾਨ। ਬਹੁਤ ਵੱਡਾ ਮਹਾਤਮ ਹੈ ਗੁਰੂ ਦੇ ਦਰਸ਼ਨਾਂ ਦਾ। ਸੋ ਸਾਧ ਸੰਗਤ ਆਓ, ਸਤਿਗੁਰੂ ਜੀ ਜੋ ਬਖਸ਼ਿਸ਼ ਕਰ ਰਹੇ ਨੇ, ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਇੱਕ ਦਫਾ ਪਿਆਰ ਸਹਿਤ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ, ਥਾਲੇ ਵਿੱਚ ਤੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ। ਥਾਲ ਦੇ ਵਿੱਚ ਤਿੰਨ ਵਸਤੂਆਂ ਪਈਆਂ ਹਨ। ਉਹ ਕਿਹੜੀਆਂ ਹਨ? ਆਪਾਂ ਰੋਜ਼ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹਾਂ, ਪੜ੍ਹਦੇ ਹਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਭ ਆਧਾਰੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਸਭ ਤੋਂ ਪਹਿਲਾਂ ਟੀਕਾ ਕੀਤਾ ਗਿਆ, ਫਰੀਦਕੋਟ ਵਾਲੇ ਜਿਹੜੇ ਰਾਜੇ, ਉਹਨਾਂ ਨੇ ਬਹੁਤ ਸਾਰੇ ਪੰਥ ਦੇ ਮਹਾਨ ਵਿਦਵਾਨ ਇਕੱਠੇ ਕੀਤੇ ਤੇ ਉਹਨਾਂ ਨੂੰ ਆਖਿਆ ਵੀ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਟੀਕਾ ਕਰੋ। ਉਹਨਾਂ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਟੀਕਾ ਕੀਤਾ। ਜੋ ਅੱਜ ਆਪਾਂ ਨੂੰ ਪ੍ਰਾਪਤ ਹੈ, ਉਹਨੂੰ ਫਰੀਦਕੋਟੀਆਂ ਦਾ ਟੀਕਾ ਕਿਹਾ ਜਾਂਦਾ ਹੈ। ਉਹ ਮਹਾਨ ਪ੍ਰਾਤਨ ਵਿਦਵਾਨ, ਉਹਨਾਂ ਨੇ ਅਰਥ ਕੀਤੇ ਨੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਥਾਲ ਦੇ ਵਿੱਚ ਤਿੰਨ ਵਸਤੂਆਂ, ਸਤ ਸੰਤੋਖ ਤੇ ਪਰਮੇਸ਼ਵਰ ਦਾ ਨਾਮ, ਔਰ ਵਿਚਾਰ ਦੁਆਰਾ ਇਸ ਨੂੰ ਪ੍ਰਾਪਤ ਕਰਨਾ ਹੈ। ਪਰ ਪ੍ਰਾਪਤ ਕਰਨ ਦੀ ਵਿਧੀ ਕੀ ਹੈ? ਉਹ ਸਤਿਗੁਰੂ ਜੀ ਨੇ ਦੱਸਣਾ ਕੀਤਾ ਹੈ। ਥਾਲੇ ਵਿੱਚ ਤੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ। ਜਿਤ ਖਾਧੈ ਮਨ ਤ੍ਰਿਪਤੀਐ, ਪਾਈਐ ਮੋਖ ਦੁਆਰ। ਪਹਿਲਾਂ ਉਸ ਭੋਜਨ ਦੀ ਗੱਲ ਕੀਤੀ ਹੈ, ਪਦਾਰਥ ਦੀ ਗੱਲ ਕੀਤੀ ਹੈ, ਦੀ ਮਹਿਮਾ ਦੱਸੀ ਹੈ। ਅੱਗੇ ਦੱਸਣਗੇ ਮਹਾਰਾਜ ਵੀ ਇਹ ਕਿਵੇਂ ਪ੍ਰਾਪਤ ਹੁੰਦਾ ਹੈ। ਇਹ ਜਿਹੜਾ ਸਤ ਸੰਤੋਖ ਦੈਵੀ ਗੁਣਾਂ ਨੂੰ ਧਾਰਨ ਕਰਦਾ ਹੈ ਤੇ ਵਾਹਿਗੁਰੂ ਦਾ ਨਾਮ ਜਪਦਾ ਹੈ, ਉਹਨੂੰ ਮੋਕਸ਼ ਦੁਆਰ ਪ੍ਰਾਪਤ ਹੋ ਜਾਂਦਾ ਹੈ। ਉਹ ਬੰਧਨਾਂ ਤੋਂ, ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਇਹ ਭੋਜਨ ਅਲੱਭ ਹੈ ਸੰਤੋ, ਲੱਭੈ ਗੁਰ ਵਿਚਾਰ। ਇਹ ਭੋਜਨ ਅਲੱਭ ਹੈ। ਵਾਹਿਗੁਰੂ ਦਾ ਨਾਮ ਇਹ ਛੇਤੀ ਪ੍ਰਾਪਤ ਨਹੀਂ ਹੁੰਦਾ, ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦਾ।
ਇਹ ਕਿਵੇਂ ਲੱਭੇਗਾ? ਗੁਰੂ ਦੀ ਵਿਚਾਰ ਦੁਆਰਾ। ਜਿਵੇਂ ਸਤਿਗੁਰੂ ਜੀ ਨੇ ਬਚਨ ਆਖੇ ਨੇ ਨਾ, ਥਾਲ ਵਿਚਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਵਿਚਾਰ ਦੁਨੀਆ ਦੇ ਵਿਚਾਰਾਂ ਨਾਲ ਨਹੀਂ ਚੱਲਣਾ ਆਪਾਂ। ਇਹ ਭੋਜਨ ਸਾਨੂੰ ਮਿਲੇਗਾ ਗੁਰੂ ਦੀ ਵਿਚਾਰ ਦੁਆਰਾ। ਜਦੋਂ ਆਪਾਂ ਗੁਰੂ ਦੀ ਮੱਤ ਦੇ ਦੁਆਰਾ ਗੁਰੂ ਦੇ ਸ਼ਬਦ ਨੂੰ ਵਿਚਾਰਾਂਗੇ, ਫਿਰ ਸਾਨੂੰ ਪ੍ਰਾਪਤ ਹੋਵੇਗਾ ਇਹ ਭੋਜਨ। ਅਲੱਭ ਹੈ ਸੰਤੋ, ਅਲੱਭ ਮੈਨੇ ਜਿਹੜਾ ਔਖਾ ਲੱਭੇ, ਦੁਰਲੱਭ ਬਹੁਤ ਔਖਾ ਪ੍ਰਾਪਤ ਹੋਵੇ। ਐ ਸੰਤੋ ਤੁਸੀਂ ਇਸ ਮਾਰਗ 'ਤੇ ਚੱਲੇ ਤਾਂ ਹੋ, ਪਰ ਇਹ ਮਾਰਗ ਬੜਾ ਔਖਾ ਹੈ। ਜਿਵੇਂ ਕੋਈ ਵੀ ਬੱਚਾ ਜਾਂ ਕੋਈ ਬੰਦਾ ਜਦੋਂ ਕਿਸੇ ਮਾਰਗ 'ਤੇ ਚੱਲਦਾ ਹੈ ਤਾਂ ਉਹਨੂੰ ਦੱਸਿਆ ਜਾਂਦਾ, ਜਿਵੇਂ ਬੱਚੇ ਪੜ੍ਹਾਈ ਕਰਦੇ ਨੇ, ਉਹ ਦੱਸਿਆ ਜਾਂਦਾ ਵੀ ਮੈਡੀਕਲ, ਨੋਨ ਮੈਡੀਕਲ, ਇਹ ਜਿਹੜੀਆਂ ਪੜ੍ਹਾਈਆਂ ਨੇ ਇਹ ਬੜੀਆਂ ਔਖੀਆਂ ਹਨ, ਹਰ ਇੱਕ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜਦੋਂ ਕੋਈ ਕਾਰਜ ਕਰਦਾ ਤੇ ਉਹ ਦੱਸਿਆ ਜਾਂਦਾ ਵੀ ਇਹ ਕਾਰਜ ਬੜਾ ਔਖਾ, ਤੈਨੂੰ ਬੜੀ ਦ੍ਰਿੜਤਾ ਦੇ ਨਾਲ, ਬੜੀ ਹਲੀਮੀ ਦੇ ਨਾਲ, ਬੜੇ ਸਹਿਜ ਦੇ ਨਾਲ, ਬੜੇ ਬਲ ਦੇ ਨਾਲ ਕਰਨਾ ਪਵੇਗਾ, ਬੜੇ ਸੰਜਮ ਦੇ ਨਾਲ ਕਰਨਾ ਪਵੇਗਾ, ਕਿਉਂਕਿ ਕਾਰਜ ਬੜਾ ਵੱਡਾ ਹੈ ਤੇ ਇਹਨੂੰ ਪ੍ਰਾਪਤ ਕਰਨ ਵਾਸਤੇ ਬੜੀ ਦਲੇਰੀ ਚਾਹੀਦੀ ਹੈ, ਬੜੀ ਹਿੰਮਤ ਔਰ ਬੜੀ ਹਲੇਮੀ, ਦ੍ਰਿੜਤਾ, ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਹਨ। ਵਾਹਿਗੁਰੂ ਦਾ ਨਾਮ, ਇਹਦੇ ਬਾਰੇ ਤੇ ਮਹਾਰਾਜ ਬਾਣੀ ਵਿੱਚ ਲਿਖ ਦਿੱਤਾ ਕਿ ਲੋਕਾਂ ਨੇ ਇਹਨੂੰ ਖਿਡੌਣਾ ਹੀ ਸਮਝ ਲਿਆ, ਖੇਡਣ ਵਾਲੀ ਚੀਜ਼ ਹੀ ਸਮਝ ਲਿਆ, ਪਰ ਇਹ ਬੜਾ ਔਖਾ ਹੈ। ਹੱਥ, ਜਿਵੇਂ ਬਾਣੀ ਵਿੱਚ ਬਚਨ ਆਉਂਦੇ ਨੇ ਕਿ ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਣ ਰਾਮ ਖਿਲੋਣਾ ਜਾਣਾ। ਇਸ ਹਿਸਾਬ ਨਾਲ ਬਾਣੀ ਪੜ੍ਹੀ ਜਾ ਰਹੀ ਹੈ, ਇਸ ਹਿਸਾਬ ਨਾਲ ਧਰਮ ਦੇ ਕਰਮ ਕੀਤੇ ਜਾ ਰਹੇ ਨੇ, ਜਿਵੇਂ ਕੋਈ ਖਿਡੌਣਿਆਂ ਨਾਲ ਖੇਡਦਾ ਹੈ। ਇਹ ਬੜਾ ਔਖਾ ਮਾਰਗ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਜੇ ਮਾਰਗ ਪੰਡਤ ਗਏ ਪਾਛੈ ਪਰੀ ਬਹੀਰ, ਇੱਕ ਅਵਗੜ ਘਾਟੀ ਰਾਮ ਕੀ ਤੇ ਚੜ ਰਹਿਓ ਕਬੀਰ। ਕਹਿੰਦੇ ਜਿਹੜੇ ਪਾਸੇ ਪੰਡਤ ਗਏ ਨਾ, ਉਸ ਪਾਸੇ ਲੋਕ ਵਹੀਰਾਂ ਘੱਤ ਕੇ ਚੱਲਦੇ ਨੇ, ਭਾਵ ਕਰਮ ਕਾਂਡ ਕਰਨ ਵਾਲੇ ਤੁਸੀਂ ਲੋਕਾਂ ਨੂੰ ਲਾਓ ਤਾਂ ਲੋਕ ਬੜੇ ਇਕੱਠੇ ਹੋ ਜਾਂਦੇ ਨੇ। ਹੁਣ ਵੇਖੋ, ਨਰੋਲ ਗੁਰਬਾਣੀ ਦੀ ਕਥਾ ਹੋ ਰਹੀ ਹੈ ਨਾ, ਕਿੰਨੀ ਕੁ ਸੰਗਤ ਆਉਂਦੀ ਹੈ, ਪਰ ਜਿੱਥੇ ਪਾਣੀ 'ਤੇ ਫੂਕਾਂ ਮਾਰ ਕੇ ਦਿੱਤੇ ਜਾਣ, ਲਾਚੀਆਂ 'ਤੇ ਫੂਕਾਂ ਮਾਰੀਆਂ ਜਾਣ, ਸਿਰੇ ਭੀੜਾਂ ਲੱਗ ਜਾਂਦੀਆਂ ਨੇ। ਉੱਥੇ ਟੋਕਣ ਲੈ ਕੇ, ਕਈ ਥਾਵਾਂ 'ਤੇ ਹੁੰਦਾ ਟੋਕਣ ਲੈ ਕੇ ਸਮਾਂ ਮਿਲਦਾ ਹੈ, ਕਿਉਂਕਿ ਕਰਮ ਕਾਂਡ ਕਰਨ ਵਿੱਚ ਦੁਨੀਆ ਬੜੀ ਅੱਗੇ ਜਾਂਦੀ ਹੈ। ਕਬੀਰ ਜੇ ਮਾਰਗ ਪੰਡਤ ਗਏ, ਪੰਡਤ ਕਰਮ ਕਾਂਡੀ ਬ੍ਰਾਹਮਣ, ਪਾਛੇ ਪਰੀ ਬਹੀਰ, ਬਹੀਰ ਲੰਮੀ ਲੈਨ ਲੋਕ, ਇੱਕ ਅਵਗੜ ਘਾਟੀ ਰਾਮ ਕੀ ਤੇ ਚੜ ਰਿਓ ਕਬੀਰ। ਇਹ ਔਖੀ ਘਾਟੀ ਹੈ ਭਗਤੀ ਦੀ, ਰੱਬ ਨੂੰ ਪ੍ਰਾਪਤ ਕਰਨਾ ਬੜੀ ਔਖੀ। ਤੇ ਭਗਤ ਕਬੀਰ ਸਾਹਿਬ ਕਹਿੰਦੇ, ਮੈਂ ਇਸ ਔਖੀ ਘਾਟੀ ਤੇ ਚੜਿਆ ਹਾਂ। ਉਹਨਾਂ ਨੇ ਭਗਤੀ ਕੀਤੀ ਰੱਬ ਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭੋਜਨ ਅਲੱਭ ਹੈ ਸੰਤੋ, ਲੱਭੈ ਗੁਰ ਵਿਚਾਰ। ਇਹ ਵਾਹਿਗੁਰੂ ਦਾ ਨਾਮ ਬੜਾ ਅਲੱਭ ਹੈ ਸਾਡੇ ਸਰੀਰ ਦੇ ਅੰਦਰ ਹੀ, ਪਰ ਲੱਭੇਗਾ ਕਿਵੇਂ? ਗੁਰੂ ਦੀ ਵਿਚਾਰ ਦੇ ਦੁਆਰਾ। ਇਹ ਮੁਧਾਵੜੀ ਕਿਉਂ ਵਿੱਚੋਂ ਕੱਢੀ ਐ, ਸਦਾ ਰੱਖੀਐ ਔਰ ਧਾਰ। ਇਹ ਮੁਧਾਵਣੀ ਦੇ ਦੋ ਅਰਥ ਨੇ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਬਦ ਵੀ ਦੋ ਵਾਰੀ ਹੀ ਆਇਆ ਹੈ। ਮੁਧਾਵਣੀ ਸ਼ਬਦ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਵਾਰੀ ਹੀ ਆਇਆ, ਤੇ ਇਹਦੇ ਅਰਥ ਵੀ ਦੋ ਹਨ। ਮੁਧਾਵਣੀ ਦਾ ਅਰਥ ਹੈ ਬੁਝਾਰਤ, ਤੇ ਮੁਧਾਵਣੀ ਦਾ ਅਰਥ ਹੈ ਮੋਰ, ਛਾਪ। ਜਿਵੇਂ ਕੋਈ ਬੁਝਾਰਤ ਪਾ ਦਿੱਤੀ ਜਾਂਦੀ ਹੈ, ਜਿਵੇਂ ਅੱਜ ਵੀ ਆਪਾਂ ਵੇਖਦੇ ਹਾਂ, ਪਹਿਲਾਂ ਜਦੋਂ ਕੋਈ ਵਿਆਹਣ ਵਾਸਤੇ ਲਾੜਾ ਆਉਂਦਾ ਸੀ ਨਾ, ਤਾਂ ਉਹਦੀਆਂ ਜਿਹੜੀਆਂ ਰਿਸ਼ਤੇ ਵਿੱਚ ਸਾਲੀਆਂ ਲੱਗਦੀਆਂ ਸਨ,
ਤਾਂ ਉਹ ਬਰਾਤ ਨੂੰ ਲਾੜੇ ਨੂੰ ਬੁਝਾਰਤ ਪਾਉਂਦੀਆਂ ਸਨ ਕਈ ਤਰ੍ਹਾਂ ਦੀਆਂ। ਅਸਲ ਵਿੱਚ ਉਹ ਚੈੱਕਅਪ ਕੀਤਾ ਜਾਂਦਾ ਸੀ ਵੀ ਇਹ ਬੰਦਾ ਠੀਕ ਠਾਕ ਹੈ ਦਿਲ ਦਿਮਾਗ ਤੋਂ। ਇਹ ਜਿਹੜੀਆਂ ਰੀਤਾਂ ਚੱਲੀਆਂ ਭਾਵੇਂ ਬਾਅਦ ਵਿੱਚ ਇਹ ਲੋਕ ਇਹਨੂੰ ਹੋਰ ਤਰੀਕੇ ਨਾਲ ਵਰਤਣ ਲੱਗ ਪਏ। ਅਸਲ ਵਿੱਚ ਇਹਦਾ ਮਕਸਦ ਇਹ ਸੀ, ਆਪਾਂ ਜਿਵੇਂ ਅੱਜ ਕੱਲ੍ਹ ਰੀਬਨ ਕੱਟਿਆ ਜਾਂਦਾ, ਲਾੜਾ ਰੀਬਨ ਕੱਟਦਾ, ਉਹਦਾ ਮਕਸਦ ਇਹ ਹੁੰਦਾ ਸੀ ਉਹ ਰੋਟੀ ਜਿੱਥੇ ਰੱਖੀ ਜਾਂਦੀ ਨਾ ਖਾਣ ਪੀਣ ਦਾ, ਉੱਥੇ ਅੱਗੇ ਉਹ ਨਾਕਾ ਲਾ ਲੈਂਦੀਆਂ, ਖੜ ਜਾਂਦੀਆਂ। ਉਹ ਫਿਰ ਕਈ ਤਰ੍ਹਾਂ ਦੀਆਂ ਬੁਝਾਰਤਾਂ ਪਾਉਂਦੀਆਂ, ਵੇਖਦੀਆਂ ਵੀ ਇਹ ਜਿਹੜਾ ਸਾਡੀ ਭੈਣ ਨੂੰ ਵਿਆਹਣ ਵਾਸਤੇ ਆਇਆ ਹੈ ਇਹ ਬੰਦਾ ਮੈਂਟਲੀ ਤੌਰ 'ਤੇ ਠੀਕ ਹੈ, ਐਸਾ ਨਾ ਹੋਵੇ ਕੋਈ ਅਪਾਹਜ ਹੋਵੇ, ਪਾਕ ਕਮਲਾ ਹੋਵੇ ਅਤੇ ਵਿਆਹ ਦਿੱਤਾ ਜਾਵੇ ਤਾਂ ਸਾਡੀ ਭੈਣ ਧੀ ਸਾਰੀ ਉਮਰ ਰੋਂਦੀ ਰਹੇ। ਇਹ ਚੀਜ਼ਾਂ ਤਾਂ ਚੱਲੀਆਂ ਸਨ ਇਸ ਤਰ੍ਹਾਂ ਦੀਆਂ। ਤਾਂ ਅੱਜ ਕੱਲ੍ਹ ਉਹ ਰੀਬਨ ਕੱਟਿਆ ਜਾਂਦਾ ਹੈ। ਗੱਲ ਤਾਂ ਉਹੀ ਹੈ, ਪਰ ਉਹ ਅੰਦਰ ਤਾਂ ਜਾ ਕੇ ਚਾਹ ਪਾਣੀ ਪੀ ਸਕਦੇ ਨੇ ਜੇਕਰ ਰੀਬਨ ਕੱਟਿਆ ਜਾਵੇ। ਉਹ ਪਹਿਲਾਂ ਇਹ ਰਸਮ ਰਿਵਾਜ ਬਣਿਆ। ਅਸਲ ਵਿੱਚ ਉਹ ਚੈੱਕਅਪ ਕੀਤਾ ਜਾਂਦਾ ਸੀ ਵੀ ਇਹ ਬੰਦਾ ਠੀਕ ਠਾਕ ਹੈ ਦਿਲ ਦਿਮਾਗ ਕਰਕੇ, ਸਰੀਰ ਕਰਕੇ। ਉਹ ਬੁਝਾਰਤ ਪਾਉਂਦੇ ਸੀ। ਬੁਝਾਰਤ ਉਹੀ ਬੰਦਾ ਬੁੱਝ ਸਕਦਾ ਜਿਹੜਾ ਬੰਦਾ ਚੇਤੰਨ ਹੈ, ਦਿਮਾਗੀ ਤੌਰ 'ਤੇ ਠੀਕ ਹੈ। ਜਿਹੜਾ ਸਿੱਧੜਾ ਸਾਧੜਾ ਉਹਨੂੰ ਕੋਈ ਬੁਝਾਰਤ ਪਾ ਦਿਓ ਕੀ ਦੱਸੇਗਾ। ਤੋ ਚੈੱਕਅਪ ਹੁੰਦਾ ਸੀ। ਇਸੇ ਤਰ੍ਹਾਂ ਗੁਰਮੁਖੋ ਵਾਹਿਗੁਰੂ ਦਾ ਨਾਮ ਪ੍ਰਾਪਤ ਕਰਨਾ, ਸਤਿਗੁਰੂ ਨੇ ਬੁਝਾਰਤ ਪਾ ਦਿੱਤੀ। ਬੁਝਾਰਤ ਪਾਤੀ, ਲੱਭੋ ਬਈ ਨਾਮ ਆਪਣੇ ਅੰਦਰੋਂ ਕਿਵੇਂ ਲੱਭੋਗੇ। ਇਹ ਆਪਣੇ ਅੰਦਰੋਂ ਨਾਮ ਨੂੰ ਖੋਜਣਾ ਹੈ, ਕਿਵੇਂ ਖੋਜੋਗੇ। ਸਤਿਗੁਰੂ ਨੇ ਬੁਝਾਰਤ ਪਾਤੀ। ਸ਼ਬਦਾਂ ਦੇ ਵਿੱਚ ਉਹ ਸਾਰੀਆਂ ਗੱਲਾਂ ਗੋਝ ਰੂਪ ਵਿੱਚ ਕਹਿ ਦਿੱਤੀਆਂ। ਗੋਝ ਰੂਪ ਦੇ ਵਿੱਚ ਮਹਾਰਾਜ ਜੀ ਨੇ ਉਹ ਬਚਨ ਆਖੇ ਨੇ ਜਿਹੜੇ ਨਾਮ ਦੀ ਉੱਚੀ ਅਵਸਥਾ ਦੇ ਹਨ। ਜਿਵੇਂ ਆਪਾਂ ਪੜ੍ਹਦੇ ਤਾਂ ਜ਼ਰੂਰ ਹਾਂ, ਸੁਨ ਸਮਾਦ ਅਨਹਤ ਤੈਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਸੁਨ ਸਮਾਦ ਦੀ ਅਵਸਥਾ ਆਪਾਂ ਦੇਖੀ ਹੈ, ਕਿੰਨਾ ਚਿਰ ਬਾਣੀ ਪੜ੍ਹਦਿਆਂ ਹੋ ਗਏ, ਕਿਉਂਕਿ ਆਪਾਂ ਇਹ ਬੁਝਾਰਤ ਨੂੰ ਬੁੱਝਣ ਦਾ ਯਤਨ ਹੀ ਨਹੀਂ ਕੀਤਾ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਸ਼ਬਦ ਆਉਂਦੇ ਨੇ। ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਨੇ, ਬੇਗਮ ਪੂਰਾ ਸ਼ਹਿਰ ਕੋ ਨਾਉ, ਦੂਖ ਅੰਧੋ ਨਹੀਂ ਤੇ ਠਾਉ। ਇੱਕ ਐਸਾ ਸ਼ਹਿਰ ਹੈ, ਉਹਦਾ ਨਾਮ ਹੈ ਬੇਗਮ, ਜਿੱਥੇ ਕੋਈ ਗਮ ਨਹੀਂ ਹੈ। ਉਸ ਸ਼ਹਿਰ ਦੀ ਕਦੀ ਆਪਾਂ ਯਾਤਰਾ ਕੀਤੀ। ਦੁਨੀਆ ਦੇ ਆਪਾਂ ਸ਼ਹਿਰ ਬੜੇ ਵੇਖ ਲਏ, ਪਰ ਉਹ ਸ਼ਹਿਰ ਕਦੀ ਵੇਖਿਆ ਜਿੱਥੇ ਕੋਈ ਗਮ ਨਹੀਂ ਹੈ। ਭਗਤ ਰਵਿਦਾਸ ਜੀ ਕਹਿੰਦੇ ਇੱਕ ਐਸਾ ਵੀ ਸ਼ਹਿਰ ਹੈ। ਇਹ ਬੁਝਾਰਤ ਹੈ ਗੁਰਬਾਣੀ ਦੇ ਵਿੱਚ ਕੀ ਆਪਾਂ ਉਹ ਸ਼ਹਿਰ ਦੇਖਿਆ, ਆਪਾਂ ਖੋਜ ਹੀ ਨਹੀਂ ਕੀਤੀ, ਉਸ ਪਾਸੇ ਤੁਰੇ ਹੀ ਨਹੀਂ। ਹਾਂ ਵੀ ਕੋਈ ਇੱਦਾਂ ਦੀ ਜਿਹੜੀ ਅਵਸਥਾ ਦੀ ਗੱਲ ਕਹਿ ਰਹੇ ਨੇ ਭਗਤ ਜੀ, ਉਹਨੂੰ ਲੱਭੀਏ। ਜਦੋਂ ਤੱਕ ਆਪਾਂ ਇਹਨਾਂ ਸ਼ਬਦਾਂ ਨੂੰ ਗੂੜਤਾ ਵਿੱਚ ਨਹੀਂ ਲੈਂਦੇ, ਵਿਚਾਰਦੇ ਨਹੀਂ, ਸਾਨੂੰ ਉਹ ਲਾਭ ਨਹੀਂ ਮਿਲ ਸਕਦਾ। ਫਿਰ ਆਪਾਂ ਸਿਰਫ ਕਰਮਕਾਂਡ ਤੱਕ ਸੀਮਿਤ ਰਹਿ ਗਏ, ਕਿਉਂਕਿ ਗੁਰਬਾਣੀ ਵਿੱਚ ਕੁਝ ਵੀ ਮਿੱਥਿਆ ਹੋਇਆ ਨਹੀਂ ਲਿਖਿਆ। ਸਾਰਾ ਕੁਝ ਜੋ ਕੁਝ ਹੈ ਉਹ ਲਿਖਿਆ ਹੈ, ਤੇ ਉਹਨੂੰ ਪ੍ਰਾਪਤ ਕਰਨਾ, ਉਹਨੂੰ ਖੋਜਣਾ ਹੈ। ਜਿਵੇਂ ਕਿਤਾਬਾਂ ਦੇ ਵਿੱਚ ਨਾ ਫਾਰਮੂਲੇ ਲਿਖੇ ਹੋਏ ਨੇ, ਤੇ ਉਹ ਜਿਹੜੇ ਸਾਇੰਟਿਸਟ ਨੇ ਉਹਨਾਂ ਨੂੰ ਪੜ੍ਹ ਪੜ੍ਹ ਕੇ, ਚੀਜ਼ਾਂ ਨੂੰ ਵਿਚਾਰ ਕੇ, ਉਹ ਫਿਰ ਉਹਦੇ ਵਿੱਚੋਂ ਪ੍ਰਯੋਗ ਕਰ ਕਰਕੇ ਨਵੀਂ ਤਕਨੀਕ ਦੁਨੀਆ ਵਿੱਚ ਲਿਆ ਕੇ ਪ੍ਰਗਟ ਕਰਕੇ ਵਿਖਾਉਂਦੇ ਨੇ, ਇਹ ਚੀਜ਼ ਇੱਦਾਂ ਬਣੀ ਹੈ। ਉਹ ਫਾਰਮੂਲਿਆਂ ਨੂੰ ਇਕੱਠਾ ਕਰਕੇ ਵਿੱਚੋਂ ਵੇਖੋ ਕੀ ਦਾ ਕੀ ਕੁਝ, ਕਿਤਾਬਾਂ ਦੇ ਫਾਰਮੂਲਿਆਂ ਵਿੱਚੋਂ ਕੀ ਕੁਝ ਕੱਢ ਲਿਆ ਕਿ ਮਨੁੱਖ ਦੇ ਹਾਰਟ ਦਾ ਆਪਰੇਸ਼ਨ ਹੋ ਜਾਂਦਾ ਹੈ, ਦਿਮਾਗ ਦਾ ਆਪਰੇਸ਼ਨ ਹੁੰਦਾ ਹੈ, ਕਿਡਨੀਆਂ ਦਾ ਆਪਰੇਸ਼ਨ ਹੁੰਦਾ ਹੈ, ਸਾਰੇ ਸਰੀਰ ਦਾ ਹੀ ਆਪਰੇਸ਼ਨ ਹੋ ਜਾਂਦਾ ਹੈ ਨਾ। ਕਿਵੇਂ ਸਰੀਰ ਨੂੰ ਚੀਰ ਫਾੜ ਦਿੱਤਾ ਜਾਂਦਾ ਹੈ, ਫਿਰ ਬੰਦਾ ਉੱਠ ਬੈਠਦਾ ਹੈ। ਉਹ ਕਿੱਥੋਂ ਇਹ ਚੀਜ਼ਾਂ ਨਿਕਲੀਆਂ ਨੇ? ਇਹ ਉਹਨਾਂ ਨੂੰ ਪ੍ਰੈਕਟੀਕਲ ਕੀਤਾ, ਵਾਰ-ਵਾਰ ਅਭਿਆਸ। ਇਸੇ ਤਰ੍ਹਾਂ ਸ਼ਬਦ ਵਿੱਚ, ਬਾਣੀ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ, ਸਾਰਾ ਕੁਝ ਪਿਆ ਹੋਇਆ ਹੈ। ਆਪਾਂ ਅਭਿਆਸ ਨਹੀਂ ਕਰਦੇ। ਬਸ ਸਾਡਾ ਉਹ ਅਭਿਆਸ ਨਹੀਂ ਹੈ ਜੋ ਚਾਹੀਦਾ ਹੈ। ਆਪਣਾ ਅਭਿਆਸ ਇੰਨਾ ਕੁ ਬਸ ਨਿਤਨੇਮ ਕਰ ਲਿਆ, ਬਸ ਇਸ ਤੋਂ ਅੱਗੇ ਕੀ ਜਾਣਾ ਹੈ। ਤੋ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਇਹ ਮੁਧਾਵਣੀ ਕਿਉਂ ਵਿੱਚੋਂ ਕੱਢੀ ਹੈ, ਸਦਾ ਰੱਖੀ ਹੈ ਉਰ ਧਾਰ। ਇਹ ਜਿਹੜੀ ਸਾਨੂੰ ਆਤਮਕ
ਸੂਝ ਦੀ, ਸਤ ਸੰਤੋਖ ਦੀ ਸਤਿਗੁਰੂ ਨੇ ਬੁਝਾਰਤ ਪਾਈ ਹੈ। ਇਹ ਆਪਣੇ ਤੋਂ ਦੂਰ ਕਿਉਂ ਕਰੀਏ? ਕਿਉਂਕਿ ਇਹ ਤਾਂ ਬਹੁਤ ਚੰਗੀ ਚੀਜ਼ ਮਹਾਰਾਜ ਨੇ ਦਿੱਤੀ ਵੀ ਖੋਜ। ਜਿਵੇਂ ਕਿਸੇ ਨੂੰ ਖੇਤ ਮਿਲ ਜਾਵੇ ਤੇ ਉਹ ਖੇਤ ਨੂੰ ਵਾਹਵੇ, ਬੀਜੇ, ਸਵਾਰੇ, ਉਹਦੇ ਵਿੱਚੋਂ ਫਸਲ ਪ੍ਰਾਪਤ ਕਰੇ, ਤੇ ਕੋਈ ਉਹਨੂੰ ਜਦੋਂ ਉਹ ਫਸਲ ਪ੍ਰਾਪਤ ਉਹਨੂੰ ਪਤਾ ਲੱਗ ਜਾਵੇ ਵੀ ਇੱਥੋਂ ਇਹ ਕੁਝ ਪ੍ਰਾਪਤ ਹੁੰਦਾ ਹੈ, ਕੋਈ ਉਹਨੂੰ ਆਖੇ ਤੂੰ ਇਹ ਖੇਤ ਛੱਡ ਦੇ, ਹੁਣ ਉਹ ਕਹਿੰਦਾ ਮੈਂ ਕਿਉਂ ਛੱਡਾਂ ਭਾਈ, ਮੈਨੂੰ ਤੇ ਇੱਥੋਂ ਲਾਭ ਮਿਲ ਰਿਹਾ ਹੈ। ਇਸੇ ਤਰ੍ਹਾਂ ਜਦੋਂ ਗੁਰਮੁਖ ਜੁੜ ਗਏ ਸ਼ਬਦ ਨਾਲ, ਉਹ ਫਿਰ ਕਹਿੰਦੇ ਬੁਝਾਰਤ ਤੇ ਸਤਿਗੁਰੂ ਨੇ ਬੜੀ ਸੋਹਣੀ ਪਾਈ ਹੈ, ਇਹਨੂੰ ਆਪਣੇ ਤੋਂ ਦੂਰ ਕਿਉਂ ਕਰੀਏ। ਮਹਾਰਾਜ ਕਹਿੰਦੇ ਇਹ ਮੁਧਾਵਣੀ ਸਤਿਗੁਰੂ ਪਾਈ, ਗੁਰ ਸਿੱਖਾਂ ਲੱਦੀ ਭਾਲ। ਇਹ ਬੁਝਾਰਤ ਪਾਤੀ, ਰੱਬ ਨੂੰ ਲੱਭਣ ਦੀ ਬੁਝਾਰਤ ਪਾਤੀ ਬਾਣੀ ਦੇ ਵਿੱਚ, ਵੀ ਇਹਦੇ ਦੁਆਰਾ ਲੱਭੋ ਰੱਬ ਨੂੰ। ਸ਼ਬਦਾਂ ਦੇ ਵਿੱਚ ਸਾਰੀ ਗੱਲ ਮਹਾਰਾਜ ਨੇ ਕਹਿ ਦਿੱਤੀ। ਪਾਤਸ਼ਾਹ ਕਹਿੰਦੇ ਗੁਰਸਿੱਖਾਂ ਨੇ ਬੁਝਾਰਤ ਬੁੱਝ ਲਈ। ਕਿਵੇਂ ਬੁੱਝੀ ਹੈ? ਸ਼ਬਦ ਦਾ ਵਾਰ-ਵਾਰ ਅਭਿਆਸ ਕਰਕੇ। ਕੋਈ ਵੀ ਚੀਜ਼ ਉਹ ਨਵੀਂ ਤਕਨੀਕ, ਉਹਦੇ ਵਿੱਚੋਂ ਕੁਝ ਵੀ ਪ੍ਰਾਪਤ ਹੁੰਦਾ, ਉਹ ਵਾਰ-ਵਾਰ ਅਭਿਆਸ ਕਰਨਾ ਪੈਂਦਾ ਹੈ। ਕੋਈ ਵੀ ਦੁਨੀਆ ਦਾ ਕੰਮ ਹੈ, ਉਹਨੂੰ ਵਾਰ-ਵਾਰ ਅਭਿਆਸ ਕੀਤਾ ਜਾਵੇ ਤਾਂ ਉਹਦੇ ਵਿੱਚ ਫਿਰ ਨਵਾਂ ਇੱਕ ਰਸ ਪੈਦਾ ਹੁੰਦਾ ਹੈ। ਤੋ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ ਗੁਰਸਿੱਖਾਂ ਨੇ ਇਹ ਬੁਝਾਰਤ ਬੁੱਝ ਲਈ ਜੋ ਸਤਿਗੁਰੂ ਨੇ ਬਾਣੀ ਦੁਆਰਾ ਪਾਈ, ਸ਼ਬਦ ਦੁਆਰਾ ਪਾਈ, ਕਿ ਅਕਾਲ ਪੁਰਖ ਵਾਹਿਗੁਰੂ ਨੂੰ ਕਿਵੇਂ ਮਿਲਣਾ ਹੈ। ਨਾਨਕ ਜਿਸ ਬੁਝਾਏ ਸੋ ਬੁਝਸੀ, ਹਰਿ ਪਾਇਆ ਗੁਰਮੁਖ ਕਾਲ। ਪਾਤਸ਼ਾਹ ਕਹਿੰਦੇ ਦੂਜੀ ਗੱਲ ਇਹ ਵੀ ਹੈ, ਰੱਬੀ ਮਾਰਗ ਤੇ ਤੁਰੇ ਹੋ, ਭਗਤੀ ਕਰ ਰਹੇ ਹੋ, ਕਦੇ ਵੀ ਦਾਵਾ ਨਾ ਕਰੋ ਜੀ। ਕਿਉਂਕਿ ਆਪਣਾ ਕੰਮ ਹੈ ਸਾਧਨਾ ਕਰਨਾ, ਬੰਦਗੀ ਕਰਨਾ, ਸੋਝੀ ਉਸ ਵਾਹਿਗੁਰੂ ਨੇ ਦੇਣੀ ਹੈ। ਕਿਰਪਾ ਉਹਦੀ ਚਾਹੀਦੀ ਹੈ, ਕਿਰਪਾ ਗੁਰੂ ਦੀ ਚਾਹੀਦੀ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਭਾਈ ਜਿਨ੍ਹਾਂ ਗੁਰਮੁਖਾਂ ਨੇ ਜਪਿਆ ਉਹਨਾਂ ਨੇ ਆਪਾ ਨਹੀਂ ਜਨਾਇਆ, ਤੇ ਉਹਨਾਂ ਗੁਰਮੁਖਾਂ ਨੂੰ ਵਾਹਿਗੁਰੂ ਨੇ ਫਿਰ ਸੋਝੀ ਦੇ ਦਿੱਤੀ। ਉਹਨਾਂ ਦੀ ਘਾਲ ਥਾਂ ਪੈ ਗਈ, ਉਹਨਾਂ ਨੂੰ ਰੱਬ ਮਿਲਿਆ ਹੈ। ਮਹੱਲਾ ਤੀਜਾ। ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰੇ। ਜੋ ਧੁਰ ਮੇਲੇ ਸੇ ਮਿਲਰੇ, ਸਤਿਗੁਰ ਸਿਉ ਚਿਤ ਲਾਏ। ਜੋ ਧੁਰ ਦਰਗਾਹੋਂ ਜਿਨ੍ਹਾਂ ਦੇ ਮਸਤਕ ਦੇ ਚੰਗੇ ਲੇਖ ਲਿਖੇ ਗਏ, ਉਹ ਰੱਬ ਨਾਲ ਮਿਲ ਗਏ। ਕਿਵੇਂ ਮਿਲੇ? ਸਤਿਗੁਰ ਸਿਉ ਚਿਤ ਲਾਏ। ਉਹ ਸਤਿਗੁਰੂ ਦੇ ਸ਼ਰਨ ਵਿੱਚ ਆ ਗਏ। ਇਹ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਕਿ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦੇ ਹਾਂ, ਬਾਣੀ ਪੜ੍ਹਦੇ ਹਾਂ। ਇਹ ਚੰਗੇ ਕਰਮਾਂ ਦੀ ਨਿਸ਼ਾਨੀ ਹੈ। ਗੁਰਮੁਖੋ ਇਹਨਾਂ ਨੂੰ ਸੰਭਾਲ ਲਈਏ, ਕਿਉਂਕਿ ਜਿਵੇਂ ਕਿਸੇ ਕੋਲ ਚੰਗੀ ਚੀਜ਼ ਆਵੇ, ਜੇ ਉਹ ਨਾ ਸੰਭਾਲੇ ਨਾ ਤਾਂ ਫਿਰ ਪਛਤਾਉਂਦਾ ਵੀ ਮੇਰੇ ਕੋਲ ਸਮਾਂ ਇਹ ਚੀਜ਼ ਮੇਰੇ ਕੋਲ ਹੁੰਦੀ ਸੀ। ਬੜੇ ਐਸੇ ਮਿਲਦੇ ਨੇ ਜਿਹੜੇ ਜਿਹੜੀਆਂ ਸ਼ਹਿਰਾਂ ਵਿੱਚ ਹੁਣ ਨਵੇਂ ਕਲੋਨੀਆਂ ਕਟੀਚੀਆਂ ਨੇ ਪੁਰਾਣੀਆਂ, ਇਹ ਪਹਿਲਾਂ ਬਿਲਕੁਲ ਕਹਿੰਦੇ ਸਸਤੀਆਂ ਹੁੰਦੀਆਂ ਸੀ ਤੇ ਲੋਕ ਖਰੀਦਦੇ ਨਹੀਂ ਸੀ। ਤੇ ਉਦੋਂ ਜਿਨ੍ਹਾਂ ਨੇ ਖਰੀਦਿਆ ਕੁਝ, ਹੁਣ ਉਹ ਪਛਤਾਉਂਦੇ ਨੇ ਵੀ ਉਦੋਂ ਜ਼ਿਆਦਾ ਪਲਾਟ ਕਿਉਂ ਨਾ ਖਰੀਦ ਲਏ, ਉਦੋਂ ਤਾਂ ਸਸਤੇ ਹੁੰਦੇ ਸੀ ਬਿਲਕੁਲ। ਪਛਤਾਉਂਦੇ ਨੇ ਨਾ ਲੋਕ ਵੀ ਉਹ ਸਮਾਂ ਹੱਥੋਂ ਲੰਘ ਗਿਆ, ਹੁਣ ਨਹੀਂ ਉਹ ਚੀਜ਼ ਪ੍ਰਾਪਤ ਹੁੰਦੀ। ਪਰ ਜਿਨ੍ਹਾਂ ਨੇ ਉਹ ਖਰੀਦੇ, ਉਸ ਸਮੇਂ ਪ੍ਰਾਪਰਟੀ ਬਣਾਈ, ਅੱਜ ਉਹ ਬੜੇ ਕਰੋੜਾਂ ਅਰਬਾਂ ਪਤੀ ਬਣੇ ਬੈਠੇ ਹਨ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਜਿਹੜਾ ਸਮਾਂ ਮਿਲਿਆ ਨਾ ਗੁਰੂ ਕੋਲ ਬੈਠਣ ਦਾ, ਇਹਨੂੰ ਬੜਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਾਵਧਾਨੀ ਵਰਤਿਆ ਕਰੋ, ਬਾਣੀ ਪੜ੍ਹਨੀ ਹੈ। ਕਥਾ ਕੀਰਤਨ ਕਰਦਿਆਂ ਸੁਣਦਿਆਂ ਪੂਰਾ ਸਾਵਧਾਨ ਹੋ ਕੇ ਜੁੜੋ ਸ਼ਬਦ ਦੇ ਨਾਲ, ਫਿਰ ਤੁਹਾਨੂੰ ਸਹੀ ਲਾਭ ਪ੍ਰਾਪਤ ਹੋਵੇਗਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਪ ਵਿਛੋੜੇ ਨਸੇ ਵਿਛੜੇ, ਦੂਜੇ ਭਾਏ ਖਵਾਏ। ਜਿਨ੍ਹਾਂ ਦੇ ਮਾੜੇ ਕਰਮ ਵਾਹਿਗੁਰੂ ਵੀ ਉਹਨਾਂ ਨੂੰ ਆਪਣੇ ਤੋਂ ਦੂਰ ਕਰ ਦਿੰਦਾ ਹੈ,
ਉਹ ਦੂਜੇ ਭਾਵ ਦੇ ਵਿੱਚ ਲੱਗ ਕੇ ਵਿਛੜ ਕੇ ਖੁਆਰ ਹੁੰਦੇ ਨੇ। ਨਾਨਕ ਬਿਨ ਕਰਮਾ ਕਿਆ ਪਾਈਐ, ਪੂਰਬ ਲਿਖਿਆ ਕਮਾਏ। ਭਾਈ ਕਰਮਾਂ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਤੇ ਕਰਮ ਆਪਾਂ ਨੂੰ ਮਹਾਰਾਜ ਨੇ ਮੌਕਾ ਦਿੱਤਾ, ਰੱਬ ਨੇ ਰੋਜ਼ ਕਰਮ ਕਰ, ਕਰਮ ਕਰ। ਜੋ ਕਰਮ ਦਾ ਅਰਥ ਕੀ ਹੈ? ਵੈਸੇ ਕਰ ਨਾਮ ਹੈ ਹੱਥ ਦਾ, ਤੇ ਮਾਂ ਦਾ ਅਰਥ ਹੈ ਮੈਂ ਆਪਣੇ ਤੇਰੇ ਹੱਥ ਦੇ ਵਿੱਚ। ਮੈਂ ਸ਼ਬਦ ਆਉਂਦਾ ਨਾ ਗੁਰਬਾਣੀ ਵਿੱਚ, ਰਵ ਰਿਆ ਸਰਬੱਤਰ, ਮੈਂ ਨਹੀਂ ਉਹਨੂੰ ਕਹਿਣਾ ਉੱਥੇ, ਮੈਂ ਮੰਮੇ ਦਲਾਵਾ ਮੈਂ ਦਾ ਅਰਥ ਹੁੰਦਾ ਵਿੱਚ। ਜੋ ਸਮਾਂ ਜੋ ਸਵਾਸ ਤੇਰੇ ਹੱਥ ਦੇ ਵਿੱਚ ਨੇ ਉਹਨੂੰ ਕਹਿੰਦੇ ਨੇ ਕਰਮ। ਕਰਮ ਹੈ ਜੋ ਤੇਰੇ ਹੱਥ ਦੇ ਵਿੱਚ ਹੈ, ਉਹਨੂੰ ਸਫਲਾ ਕਿਵੇਂ ਕਰਨਾ? ਇੱਦਾਂ ਸਮਝ ਲਓ ਤੁਹਾਡੀ ਜੇਬ ਦੇ ਵਿੱਚ ਪੈਸੇ ਨੇ, ਉਹਨੂੰ ਵਰਤਣਾ ਕਿਹੜੇ ਤਰੀਕੇ ਨਾਲ ਹੈ? ਉਹਦੇ ਨਾਲ ਬੰਦਾ ਸ਼ਰਾਬ ਵੀ ਖਰੀਦ ਸਕਦਾ ਹੈ, ਜੂਆ ਵੀ ਖੇਡ ਸਕਦਾ ਹੈ, ਤੇ ਉਸ ਪੈਸੇ ਨਾਲ ਉਹ ਕੋਈ ਚੰਗੀ ਚੀਜ਼ ਵੀ ਕੀਮਤੀ ਵੀ ਖਰੀਦ ਸਕਦਾ ਹੈ। ਪੈਸਾ ਜੇਬ ਵਿੱਚ ਤੁਹਾਡੇ ਹੱਥ ਵਿੱਚ, ਤੁਸੀਂ ਵਰਤਣਾ ਕਿਵੇਂ ਹੈ? ਜੋ ਤੁਹਾਡੇ ਕਰਮ ਹੈ, ਜੋ ਤੁਹਾਡੇ ਹੱਥ ਦੇ ਵਿੱਚ ਹੈ, ਪੈਸਾ ਹੈ, ਕੁਝ ਵੀ, ਇਹ ਜਿਹੜੇ ਸਵਾਸ, ਇਹ ਜਿਹੜਾ ਸਮਾਂ ਆਪਾਂ ਨੂੰ ਮਿਲਿਆ, ਇਹਨੂੰ ਵਰਤਣਾ ਕਿਵੇਂ ਹੈ? ਜੇਕਰ ਇਹ ਆਪਾਂ ਸਹੀ ਤਰੀਕੇ ਨਾਲ ਵਰਤ ਲਿਆ, ਸਫਲ ਹੋ ਜਾਵਾਂਗੇ, ਸਫਲ ਹੋ ਜਾਵਾਂਗੇ, ਲਾਹਾ ਮਿਲੇਗਾ। ਮਹਾਰਾਜ ਕਹਿੰਦੇ ਉਸੇ ਮੁਤਾਬਕ ਹੀ ਜੀਵ ਦਾ ਅਗਲਾ ਸਮਾਂ ਹੈ। ਜਿਹਦਾ ਬਚਪਨ ਚੰਗਾ ਬੀਤਿਆ, ਜਿਹਨੇ ਬਚਪਨ ਵਿੱਚ ਪੜ੍ਹਾਈ ਕੀਤੀ, ਉਹਦੀ ਜਵਾਨੀ ਚੰਗੀ, ਤੇ ਜਿਹਦੀ ਜਵਾਨੀ ਚੰਗੇ ਅਸੂਲਾਂ ਵਿੱਚ ਲੰਘੀ ਹੈ, ਉਹਦਾ ਬੁਢੇਪਾ ਵੀ ਚੰਗਾ। ਤੇ ਜਿਹਦਾ ਬਚਪਨ ਖਰਾਬ, ਉਹਦੀ ਜਵਾਨੀ ਵੀ ਖਰਾਬ। ਬਚਪਨ ਵਿੱਚ ਪੜ੍ਹਿਆ ਹੀ ਨਹੀਂ ਹੈ, ਜਵਾਨੀ ਵਿੱਚ ਦਿਹਾੜੀ ਕਰਨੀ ਪੈ ਗਈ, ਬੁੱਢਾ ਹੋ ਗਿਆ, ਹੁਣ ਹੋਰ ਵੀ ਜ਼ਿਆਦਾ ਤੰਗ, ਹੁਣ ਕੋਈ ਪੁੱਛਦਾ ਵੀ ਨਹੀਂ ਹੈ। ਪਰ ਜਿਹਨੇ ਬਚਪਨ ਵਿੱਚ ਹੀ ਚੰਗਾ ਤਰ੍ਹਾਂ ਅਸੂਲਾਂ ਨਾਲ ਚੱਲਿਆ, ਪੜ੍ਹਾਈ ਕੀਤੀ, ਨੌਕਰੀ ਮਿਲ ਗਈ, ਜਵਾਨੀ ਵੀ ਚੰਗੇ ਤਰੀਕੇ ਨਾਲ, ਵਧੀਆ ਤਰੀਕੇ ਨਾਲ ਬਤੀਤ ਹੋਈ, ਬੁਢੇਪੇ ਵਿੱਚ ਵੀ ਪੈਨਸ਼ਨ ਮਿਲਣ ਲੱਗ ਪਈ, ਸੌਖਾ ਹੋ ਗਿਆ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੀ ਕਰਮ ਤੈਨੂੰ ਤੇਰਾ ਫਲ ਹੋ ਕੇ ਮਿਲਣਗੇ ਜੋ ਤੂੰ ਅੱਜ ਕਰ ਰਿਹਾ। ਜੇ ਆਪਾਂ ਅੱਜ ਬਾਣੀ ਪੜ੍ਹ ਰਹੇ ਹਾਂ, ਇਹਦਾ ਸਾਨੂੰ ਫਲ ਮਿਲੇਗਾ, ਇਹ ਅਜਾਈ ਨਹੀਂ ਜਾਵੇਗਾ। ਕੋਈ ਵੀ ਕਰਮ ਹੈ। ਪੌੜੀ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ, ਬੈ ਸਖੀਆਂ ਜਸ ਗਾਵੇ ਗਾਵਣ ਹਾਰੀਆਂ। ਉੱਦਾਂ ਤੇ ਰਸਨਾ ਨਾਲ ਦੁਨੀਆ ਰਾਮ ਰਾਮ ਕਹਿੰਦੀ ਹੈ, ਪਰ ਅਸਲ ਵਿੱਚ ਵਾਹਿਗੁਰੂ ਦਾ ਜਸ ਕੌਣ ਗਾਉਂਦੇ ਨੇ? ਜਿਹੜੇ ਬਹਿ ਕੇ ਭਾਵ ਬੜੇ ਸਹਿਜ ਵਿੱਚ, ਬੜੇ ਆਰਾਮ ਨਾਲ, ਬੜੇ ਟਿਕਾ ਦੇ ਵਿੱਚ, ਬਹਿ ਸਖੀਆਂ ਜਸ ਗਾਵੇ ਗਾਵਣ ਹਾਰੀਆਂ। ਗੁਰਮੁਖ ਸਖੀਆਂ, ਗੁਰਮੁਖ ਇਕੱਠੇ ਹੋ ਕੇ ਬੈਠ ਕੇ ਵਾਹਿਗੁਰੂ ਦਾ ਜਸ ਗਾਉਂਦੇ ਹਨ। ਹਰ ਨਾਮ ਸਲਾਏ ਨਿਤ ਹਰ ਕੋ ਬਲਿਹਾਰੀਆਂ। ਉਹ ਵਾਹਿਗੁਰੂ ਦਾ ਰੋਜ਼ ਨਾਮ ਸਲਾਉਂਦੇ ਨੇ, ਵਾਹਿਗੁਰੂ ਤੋਂ ਬਲਿਹਾਰ ਜਾਂਦੇ ਨੇ। ਜਿਨੀ ਸੁਣ ਮੰਨਿਆ ਹਰ ਨਾਉ ਤਿਨਾ ਹੋ ਵਾਰੀਆਂ। ਜਿਨ੍ਹਾਂ ਨੇ ਸੁਣ ਕੇ ਮੰਨ ਲਿਆ। ਹੁਣ ਆਪਾਂ ਸੁਣਦੇ ਹਾਂ, ਮੰਨਦੇ ਹਾਂ ਨਹੀਂ। ਜੇ ਉਹ ਸਤਿਗੁਰੂ ਸਾਨੂੰ ਕਹਿੰਦੇ ਨੇ, ਸਤਿਗੁਰੂ ਕਹਿੰਦੇ ਵੀ ਤੂੰ ਅੰਮ੍ਰਿਤ ਵੇਲੇ ਉੱਠ, ਆਪਾਂ ਸ਼ਬਦ ਸੁਣ ਲਿਆ, ਗੁਰ ਸਤਿਗੁਰ ਕਾ ਜੋ ਸਿੱਖ ਕਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ। ਪਤਾ ਨਹੀਂ ਕਿੰਨੀ ਕੁ ਵਾਰੀ ਤੁਸੀਂ ਸੁਣਿਆ ਹੋਏਗਾ, ਆਪਾਂ ਕਿੰਨੇ ਕੁ ਅੰਮ੍ਰਿਤ ਵੇਲੇ ਉੱਠਦੇ ਹਾਂ, ਸੁਣੀ ਜਾਂਦੇ ਹਾਂ, ਮੰਨਦੇ ਨਹੀਂ ਹਾਂ। ਮਹਾਰਾਜ ਜਪਜੀ ਸਾਹਿਬ ਵਿੱਚ ਕਹਿਤਾ, ਸੁਣਿਆ ਮੰਨਿਆ ਮਨ ਕੀਤਾ ਭਾਉ। ਜੇ ਤੂੰ ਇਹ ਤਿੰਨ ਚੀਜ਼ਾਂ ਕਰ ਲਵੇਂ, ਅੰਤਰਗਤ ਤੀਰਥ ਮਲ ਨਹਾਓ, ਤੇਰੇ ਅੰਦਰ ਹੀ ਨਾਮ ਦਾ ਤੀਰਥ ਪ੍ਰਗਟ ਹੋ ਜਾਵੇਗਾ। ਬਾਹਰ ਤੀਰਥਾਂ 'ਤੇ ਜਾਣ ਦੀ ਲੋੜ ਨਹੀਂ ਹੈ। ਜਿਣੀ ਸੁਣ ਮੰਨਿਆ ਹਰ ਨਾਉ ਤਿਨਾ ਹੋ ਵਾਰੀਆ। ਜਿਨ੍ਹਾਂ ਨੇ ਸੁਣ ਕੇ ਮੰਨਿਆ ਵਾਹਿਗੁਰੂ ਦੇ ਨਾਮ ਨੂੰ, ਹਸਤੀ ਨੂੰ, ਉਹਨਾਂ ਤੋਂ ਮਹਾਰਾਜ ਕਹਿੰਦੇ ਅਸੀਂ ਬਲਿਹਾਰ ਹਾਂ। ਗੁਰਮੁਖੀਆਂ ਹਰ ਮੇਲ ਮਿਲਾਵਣ ਹਾਰੀਆ। ਹੇ ਵਾਹਿਗੁਰੂ ਮੇਰੀ ਅਰਦਾਸ ਹੈ, ਗੁਰਮੁਖਾਂ ਦਾ ਮਿਲਾਪ ਕਰਾ ਦੇ, ਜਿਹੜੇ ਤੇਰੇ ਨਾਮ ਰੰਗ ਵਿੱਚ ਰੱਤੇ ਹੋਏ ਨੇ। ਕਿਉਂਕਿ ਜਿਵੇਂ ਜੁਆਰੀ ਜੂਆ ਖੇਡਣ ਵਾਲਿਆਂ ਕੋਲ ਬੈਠਣ ਲੱਗ ਜਾਓ, ਤੁਹਾਨੂੰ ਜੂਆ ਖੇਡਣਾ ਆਉਣ ਲੱਗ ਜਾਏਗਾ। ਡਰਾਈਵਰਾਂ ਦੀ ਸੰਗਤ ਵਿੱਚ ਬੈਠਣ ਲੱਗ ਜਾਓ, ਡਰਾਈਵਰਾਂ ਵਾਲੀਆਂ ਗੱਲਾਂ ਆਉਣ ਲੱਗ ਜਾਣਗੀਆਂ। ਹਲਵਾਈਆਂ ਕੋਲ ਬੈਠਣ ਲੱਗ ਜਾਓ, ਹਲਵਾਈਆਂ ਵਾਲੀਆਂ ਗੱਲਾਂ, ਉਸ ਤਰ੍ਹਾਂ ਦੀਆਂ ਚੀਜ਼ਾਂ ਬਣਾਉਣੀਆਂ ਆਉਣ ਲੱਗ ਜਾਣਗੀਆਂ। ਜਿਸ ਤਰ੍ਹਾਂ ਦੀ ਮਨੁੱਖ ਸੰਗਤ ਜ਼ਿਆਦਾ ਕਰਦਾ ਨਾ, ਉਹ ਚੀਜ਼ ਉਹਨੂੰ ਆਉਣ ਲੱਗ ਜਾਂਦੀ ਹੈ। ਜੇ ਰੱਬ ਦਾ ਜਸ ਗਾਉਣਾ ਹੈ ਤਾਂ ਗੁਰਮੁਖਾਂ ਕੋਲ ਬੈਠਿਆ ਕਰੋ। ਜੇ ਰੱਬ ਦੀ ਭਗਤੀ ਕਰਨੀ ਹੈ ਨਾ, ਭਗਤੀ ਕਰਨ ਵਾਲਿਆਂ ਕੋਲ ਬੈਠਿਆ ਕਰੋ।
ਐਵੇਂ ਭਗਤੀ ਨਹੀਂ ਹੁੰਦੀ। ਸੰਗਤ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ। ਕੋਈ ਵੀ ਬੱਚੇ ਦੇਖੋ ਸਕੂਲ ਵਿੱਚ ਜਾਂਦੇ ਨੇ, ਉੱਥੇ ਬੈਠਦੇ ਨੇ, ਟੀਚਰਾਂ ਕੋਲ ਬੈਠਦੇ ਨੇ, ਬੱਚੇ ਇੱਕ ਦੂਜਿਆਂ ਕੋਲ ਬੈਠਦੇ ਨੇ, ਸਾਰੇ ਬੱਚੇ ਇਕੱਠੇ ਇੱਕ ਦੂਜੇ ਨੂੰ ਵੇਖ ਕੇ ਪੜ੍ਹਦੇ ਨੇ, ਉਹਦੇ ਨਾਲ ਉਤਸ਼ਾਹਿਤ ਵੀ ਹੁੰਦੇ ਨੇ। ਕਦੇ ਵੇਖਿਆ ਕਿਸੇ ਕਲਾਸ ਵਿੱਚ ਇਕੱਲਾ ਹੀ ਬੱਚਾ ਬਹਿ ਕੇ ਪੜ੍ਹਦਾ ਹੋਵੇ? ਉੱਥੇ ਜਮਾਤ ਹੁੰਦੀ, ਸਾਰੇ ਇਕੱਠੇ ਬੈਠਦੇ ਨੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਗੁਰਮੁਖਾਂ ਦੀ ਜਮਾਤ ਵਿੱਚ ਬੈਠਿਆ ਕਰੋ, ਗੁਰਮੁਖਾਂ ਵਿੱਚ ਬੈਠਿਆ ਕਰੋ ਜਿਹੜੇ ਬੰਦਗੀ ਕਰਨ ਵਾਲੇ ਨੇ। ਗੁਰਮੁਖੀਆਂ ਹਰ ਮੇਲ ਮਿਲਾਵਣ ਹਾਰੀਆ, ਹੇ ਵਾਹਿਗੁਰੂ ਕਿਰਪਾ ਕਰ ਮੈਨੂੰ ਗੁਰਮੁਖਾਂ ਦਾ ਸੰਗ ਬਖਸ਼ ਦੇ। ਆਪਾਂ ਰੋਜ਼ ਅਰਦਾਸ ਕਰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਆਸਾ ਕੀ ਵਾਰ ਵਿੱਚ ਵੀ ਮਹਾਰਾਜ ਕਹਿੰਦੇ ਨੇ, ਤਿੰਨ ਮੰਗਾਂ ਜੇ ਤੁਝੈ ਧਿਆਏ ਦੇ। ਹੇ ਵਾਹਿਗੁਰੂ ਮੈਂ ਉਹਨਾਂ ਦੀ ਮੰਗ ਕਰਦਾ ਹਾਂ ਜਿਹੜੇ ਤੈਨੂੰ ਧਿਆਉਂਦੇ ਹਨ। ਹਉ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆ, ਉਹਨਾਂ ਤੋਂ ਸਦਕੇ ਆ ਜਿਹੜੇ ਗੁਰੂ ਨੂੰ ਦੇਖਦੇ ਨੇ, ਗੁਰੂ ਦੇ ਦਰਸ਼ਨ ਕਰਦੇ ਨੇ। ਉਹਨਾਂ ਗੁਰਮੁਖਾਂ ਤੋਂ ਸਦਕੇ ਜਾਈਏ ਜਿਹੜੇ ਇਹਨਾਂ ਬਾਹਰਲੀਆਂ ਅੱਖਾਂ ਨਾਲ ਵੀ ਗੁਰੂ ਨੂੰ ਵੇਖਦੇ ਨੇ ਅਤੇ ਅੰਦਰਲੀਆਂ ਅੱਖਾਂ ਨਾਲ ਵੀ ਗੁਰੂ ਦਾ ਦਰਸ਼ਨ ਕਰਦੇ ਨੇ। ਇਹ ਅੱਖਾਂ ਨਾਲ ਵੀ ਦਰਸ਼ਨ ਕੀਤਾ ਸਫਲ ਹੈ ਜਦੋਂ ਅਸੀਂ ਮਨ ਔਰ ਬੁੱਧ ਰੂਪੀ ਅੱਖਾਂ ਨਾਲ ਗੁਰੂ ਦਾ ਅੰਤਰੀਵ ਦਰਸ਼ਨ ਕਰਨ ਲੱਗ ਪਏ ਤਾਂ ਉਸ ਸਮੇਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਇੱਕ ਵੱਖਰਾ ਰਸ ਹੋਵੇਗਾ। ਜਦੋਂ ਸਾਡੀਆਂ ਅੰਦਰਲੀਆਂ ਅੱਖਾਂ ਖੁੱਲ੍ਹ ਗਈਆਂ ਨਾ, ਹੁਣ ਤਾਂ ਆਪਾਂ ਨੂੰ ਇੱਦਾਂ ਲੱਗਦਾ ਵੀ ਪੀੜੇ ਸਾਹਿਬ 'ਤੇ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ, ਬਸ ਹਿਮਾਲਯ ਸਾਹਿਬ ਉੱਤੇ ਲੱਗੇ ਨੇ, ਦਰਸ਼ਨ ਕੀਤੇ, ਚਲੋ ਜੀ। ਪਰ ਜਦੋਂ ਅੰਦਰ ਦੀਆਂ ਅੱਖਾਂ ਖੁੱਲ੍ਹ ਗਈਆਂ ਉਸ ਦਿਨ ਦਰਸ਼ਨ ਕਰਨ ਦਾ ਰਸ ਕੁਝ ਹੋਰ ਹੋਵੇਗਾ, ਉਸ ਦਿਨ ਦਰਸ਼ਨ ਕਰਨ ਦਾ ਆਨੰਦ ਕੁਝ ਹੋਰ ਹੋਵੇਗਾ। ਸੋ ਗੁਰਮੁਖੋ ਗੁਰਬਾਣੀ ਦੀ ਵਿਚਾਰ ਨਾਲ ਜੁੜੀਏ, ਸ਼ਬਦ ਦੀ ਵਿਚਾਰ ਨਾਲ ਜੁੜੀਏ ਜੋ ਸਤਿਗੁਰ ਸਾਨੂੰ ਹੁਕਮ ਕਰ ਰਹੇ ਨੇ, ਔਰ ਇਸ ਨੂੰ ਆਪਾਂ ਕਮਾਣਾ ਹੈ। ਜਿੰਨਾ ਵੀ ਹੋ ਸਕਦਾ ਹੈ ਥੋੜ੍ਹੇ ਤੋਂ ਥੋੜ੍ਹਾ ਸਮਾਂ, ਬਹੁਤੇ ਤੋਂ ਬਹੁਤਾ ਸਮਾਂ ਇੱਕ ਨੇਮ ਬਣਾ ਕੇ ਚੱਲਾਂਗੇ ਤਾਂ ਫਿਰ ਸਾਨੂੰ ਗੁਰਬਾਣੀ ਤੋਂ ਲਾਭ ਮਿਲੇਗਾ, ਨਹੀਂ ਤੇ ਲਾਭ ਨਹੀਂ ਪ੍ਰਾਪਤ ਹੋਵੇਗਾ। ਬੱਚਾ ਇੱਕ ਦਿਨ ਸਕੂਲ ਜਾਵੇ, 4 ਦਿਨ ਜਾਵੇ ਨਾ, 4 ਦਿਨ ਜਾਵੇ, 10 ਦਿਨ ਜਾਵੇ ਨਾ, ਕਿਵੇਂ ਉਹ ਪਾਸ ਹੋਵੇਗਾ? ਸਕੂਲ ਲਗਾਤਾਰ ਬੱਚਾ ਜਾਂਦਾ ਹੈ, ਫਿਰ ਜਾ ਕੇ ਉਹ ਪੜ੍ਹਾਈ ਕਰਕੇ ਕੋਈ ਡਾਕਟਰ ਬਣਦਾ, ਕੋਈ ਪ੍ਰੋਫੈਸਰ ਬਣਦਾ, ਕੋਈ ਲਾਇਰ ਬਣਦਾ, ਕੋਈ ਇੰਜੀਨੀਅਰ ਬਣਦਾ ਹੈ। ਲਗਾਤਾਰ ਪੜ੍ਹਾਈ ਕੀਤੀ ਨਾ ਕਿੰਨੇ ਸਾਲ, ਔਰ ਰੋਜ਼ ਤਕਰੀਬਨ 5-7 ਘੰਟੇ ਤਾਂ ਬੱਚੇ ਨੂੰ ਪੜ੍ਹਨਾ ਹੀ ਪੈਂਦਾ ਹੈ। ਆਪਾਂ ਵੀ ਜੇ ਗੁਰਬਾਣੀ ਤੋਂ ਕੁਝ ਲਾਭ ਲੈਣਾ ਤੇ ਕਮ ਸੇ ਕਮ ਸਾਨੂੰ 2-4 ਘੰਟੇ ਅਭਿਆਸ ਲਗਾਤਾਰ ਰੋਜ਼ ਕਰਨਾ ਪਏਗਾ, ਫਿਰ ਕੁਝ ਪ੍ਰਾਪਤੀ ਹੋਵੇਗੀ। ਸਤਿਗੁਰੂ ਮੈਂ ਰਾਮਤ ਕਰਨ ਸਤਿਗੁਰੂ ਦੇ ਅੰਮ੍ਰਿਤ ਵਚਨਾਂ ਨੂੰ ਕਮਾ ਸਕੀਏ। ਆਓ ਸੇਵਕ ਪਰਿਵਾਰ ਵੱਲੋਂ ਸਤਿਗੁਰੂ ਜੀ ਚਰਨਾਂ ਕਮਲਾਂ ਦਾ ਓਟ ਆਸਰਾ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਜੋ ਆਰੰਭ ਕਰਵਾਏ ਸਨ, ਭੋਗ ਦੇ ਸ਼ਲੋਕ ਹੁਣ ਸਰਵਣ ਕਰਕੇ ਸਤਿਗੁਰੂ ਜੀ ਦੀ ਬਾਣੀ ਨਾਲ ਜੁੜ ਕੇ ਲਾਹਾ ਪ੍ਰਾਪਤ ਕਰੀਏ ਜੀ। ਸਤਿਗੁਰੂ ਦੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।